My question: a departmental store carries on its business through 5 departments A, B, C, D, E. Following information for 2024 is now made available to you. ਆਪਾਂ ਨੂੰ information ਦਿੱਤੀ ਵੀ ਲਾਸਟ ਤੇ ਕਿ ਆਪਾਂ prepare profit and loss count to show the result of each department and also the combined result with the respective percentage on sales. ਆਪਾਂ ਟ੍ਰੇਡਿੰਗ ਐਂਡ P&L ਅਕਾਊਂਟ ਪ੍ਰਪੇਅਰ ਕਰ ਲਾਂਗੇ। ਇਹਦੇ ਲਈ ਸਭ ਤੋਂ ਪਹਿਲਾਂ ਓਪਨਿੰਗ ਸਟਾਕ ਲਿਖਾਂਗੇ ਡੈਬਿਟ ਸਾਈਡ 'ਤੇ, ਠੀਕ ਹੈ। ਓਪਨਿੰਗ ਸਟਾਕ ਆਪਾਂ ਨੂੰ ਅਲੱਗ-ਅਲੱਗ ਦਿੱਤੇ ਵੀ ਸੀ, ਪਰਚੇਜ਼ਿਸ ਅਲੱਗ-ਅਲੱਗ ਦਿੱਤੇ ਸੀ, ਉਹ ਲਿਖ ਲਏ ਡੈਬਿਟ ਸਾਈਡ 'ਤੇ। ਸੇਲ ਅਲੱਗ-ਅਲੱਗ ਦਿੱਤੀ ਸੀ, ਉਹ ਲਿਖ ਲਈ ਕ੍ਰੈਡਿਟ ਸਾਈਡ 'ਤੇ। ਕਲੋਜ਼ਿੰਗ ਸਟਾਕ ਆਪਾਂ ਨੂੰ ਦਿੱਤਾ ਹੋਇਆ ਸੀ ਅਲੱਗ-ਅਲੱਗ, ਉਹ ਵੀ ਕ੍ਰੈਡਿਟ ਸਾਈਡ 'ਤੇ ਲਿਖ ਲਾਂਗੇ। ਦੋਨੋਂ ਸਾਈਡ ਦਾ ਪਲੱਸ ਮਤਲਬ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ। ਕਈ ਡਿਪਾਰਟਮੈਂਟਸ ਦਾ ਗਰੋਸ ਪ੍ਰੋਫਿਟ ਆ ਰਿਹਾ ਅਤੇ ਕਈ ਡਿਪਾਰਟਮੈਂਟਸ ਦਾ ਗਰੋਸ ਲੋਸ ਆ ਰਿਹਾ ਹੈਗਾ। ਉਸ ਤੋਂ ਬਾਅਦ ਗਰੋਸ ਪ੍ਰੋਫਿਟ ਜਾਂ ਗਰੋਸ ਲੋਸ ਨੂੰ ਅੱਗੇ ਬਰੋਟ ਡਾਊਨ ਕਰ ਲਾਂਗੇ। ਫਿਰ ਸੈਲਰੀਜ਼ ਕਮਿਸ਼ਨ ਲਿਖਾਂਗੇ। ਸੈਲਰੀਜ਼ ਕਮਿਸ਼ਨ ਇਹਨਾਂ ਨੇ 11,020 ਰੁਪਏ ਕਹੇ ਸੀ। ਰੈਂਟ ਰੇਟ, ਇੰਸ਼ੋਰੈਂਸ, ਮਿਸਲੀਨੀਅਸ ਐਕਸਪੈਂਸਿਸ, all these expenses are chargeable to each department in proportion to the cost of the article sold in the respective departments. cost of article sold मतलब cost of goods sold, ਉਹਦਾ ਫਾਰਮੂਲਾ ਕੀ ਹੁੰਦਾ ਹੈ? ਓਪਨਿੰਗ ਸਟਾਕ ਪਲੱਸ ਪਰਚੇਜ਼ਿਸ ਮਾਈਨਸ ਕਲੋਜ਼ਿੰਗ ਸਟਾਕ। ਤਾਂ ਆਪਾਂ ਫਾਰਮੂਲੇ ਦੇ ਵਿੱਚ ਵੈਲਿਊਜ਼ ਪੁੱਟ ਕਰ ਲਾਂਗੇ ਅਤੇ ਉਹਦੇ ਨਾਲ ਆਪਣੀ ਰੇਸ਼ੋ ਫਾਈਂਡ ਕਰ ਲਾਂਗੇ, ਠੀਕ ਹੈ। ਓਪਨਿੰਗ ਸਟਾਕ ਪਲੱਸ ਪਰਚੇਜ਼ਿਸ ਮਾਈਨਸ ਕਲੋਜ਼ਿੰਗ ਸਟਾਕ, ਤਾਂ ਉਹਦੇ ਨਾਲ ਆਪਣੀ ਰੇਸ਼ੋ ਆ ਗਈ ਹੈਗੀ ਇੱਥੇ 3:1:2, ਠੀਕ ਹੈ। ਤਾਂ ਮਤਲਬ 3/10, 2/10 ਇਸ ਤਰੀਕੇ ਨਾਲ ਆਪਾਂ ਸਾਰਿਆਂ ਦਾ ਜੋ ਆਪਣੀ ਸੈਲਰੀਜ਼ ਕਮਿਸ਼ਨ, ਰੈਂਟ ਰੇਟ, ਇੰਸ਼ੋਰੈਂਸ, ਮਸਲੀਨੀਅਸ ਐਕਸਪੈਂਸਿਸ, ਸਾਰੇ ਐਕਸਪੈਂਸਿਸ ਕਹੇ ਸੀ, ਉਸ ਰੇਸ਼ੋ ਦੇ ਵਿੱਚ ਆਪਾਂ ਵੰਡ ਦਾਂਗੇ। ਉਸ ਤੋਂ ਬਾਅਦ ਆਪਾਂ ਨੂੰ ਅੱਗੇ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ, ਨੈਟ ਪ੍ਰੋਫਿਟ ਜਾਂ ਨੈਟ ਲੋਸ ਆ ਜਾਏਗਾ। ਅਤੇ ਇੱਕ ਇਹਨਾਂ ਨੇ ਆਪਾਂ ਨੂੰ ਇੱਥੇ ਲਾਸਟ 'ਤੇ ਕਿਹਾ ਸੀਗਾ also the combined result with the respective percentage on sale। ਆਪਾਂ ਕੰਬਾਈਨ ਰਿਜ਼ਲਟ ਇਹਦੇ ਵਿੱਚ ਸ਼ੋਅ ਕਰਨੇ ਆ, ਮਤਲਬ ਕਿ ਪਰਸੈਂਟੇਜ ਸ਼ੋਅ ਕਰਨੀ ਆ ਪ੍ਰੋਫਿਟ ਜਾਂ ਲੋਸ ਦੀ, ਠੀਕ ਹੈ, ਕਿੰਨੀ ਹੋ ਰਹੀ ਹੈਗੀ। ਆਪਾਂ ਪਰਸੈਂਟੇਜ ਪ੍ਰੋਫਿਟ ਜਾਂ ਲੋਸ ਦੀ ਫਾਈਂਡ ਕਰਨ ਲਈ ਕੀ ਕਰਾਂਗੇ? ਜਿਵੇਂ GP ਔਨ ਸੇਲ ਕਰ ਲਾਂਗੇ, ਠੀਕ ਹੈ। ਸਾਰਿਆਂ ਦਾ ਅਲੱਗ-ਅਲੱਗ GP ਔਨ ਸੇਲ ਜਾਂ ਗਰੋਸ ਲੋਸ ਔਨ ਸੇਲ ਕਹਿ ਸਕਦੇ ਹਾਂ। ਨੈਟ ਪ੍ਰੋਫਿਟ ਵੀ ਸੇਲ 'ਤੇ ਕੱਢਾਂਗੇ ਅਤੇ ਨੈਟ ਲੋਸ ਵੀ ਸੇਲ 'ਤੇ ਕੱਢਾਂਗੇ। 7ਵਾਂ ਕੁਐਸਚਨ ਹੈ, ਫਰੋਮ ਦਾ ਫੋਲੋਇੰਗ particulars given by Miss Tins and Toys prepare a departmental trading and profit and loss count for their 2 departments with Tins department and Toys department for the year ended 31 ਮਾਰਚ 2024। ਆ ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਵੀ ਹੈ। ਲਾਸਟ 'ਤੇ ਕਿਹਾ ਵਾ ਯੂ ਆਰ ਆਲਸੋ ਗਿਵਨ ਦਾ ਫੋਲੋਇੰਗ ਅਡੀਸ਼ਨਲ ਇਨਫੋਰਮੇਸ਼ਨ ਵੀ ਗਿਵਨ ਆ। ਤਾਂ ਆਪਾਂ ਨੇ ਟ੍ਰੇਡਿੰਗ ਐਂਡ P&L ਅਕਾਊਂਟ ਪ੍ਰਪੇਅਰ ਕਰਨਾ। ਤਾਂ ਸਭ ਤੋਂ ਪਹਿਲਾਂ ਆਪਾਂ ਟ੍ਰੇਡਿੰਗ ਐਂਡ P&L ਅਕਾਊਂਟ ਪ੍ਰਪੇਅਰ ਕਰਨੇ ਨੇ। ਉਹਦੇ 'ਚ ਓਪਨਿੰਗ ਸਟਾਕ ਆਪਾਂ ਡੈਬਿਟ ਸਾਈਡ 'ਤੇ ਲਿਖਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਵੇਜਿਸ ਲਿਖ ਦਾਂਗੇ, ਉਹ ਕੁਐਸਚਨ ਦੇ ਵਿੱਚ ਗਿਵਨ ਹੀ ਸੀਗੀ, ਠੀਕ ਹੈ, ਉਸ ਤਰੀਕੇ ਨਾਲ ਲਿਖ ਦਾਂਗੇ। ਫਿਰ ਰॉ ਮਟੀਰੀਅਲ ਲਿਖਾਂਗੇ। ਰॉ ਮਟੀਰੀਅਲ ਲਈ ਇਹਨਾਂ ਨੇ ਕੰਜ਼ਿਊਮ 36,000 ਦਿੱਤਾ ਸੀਗਾ। ਉਸ ਤੋਂ ਬਾਅਦ ਅੱਗੇ ਇਹ ਐਡਜਸਟਮੈਂਟ ਦਿੱਤੀ ਸੀ, ਟਵਾਈਜ਼ ਆਰ ਮੇਡ ਆਫ ਐਂਡ ਬਿਟਸ ਆਫ ਸ਼ੀਟਸ ਆਫ ਰॉ ਮਟੀਰੀਅਲ ਯੂਜ਼ਡ ਬਾਈ ਟਿਨਸ ਡਿਪਾਰਟਮੈਂਟ। ਮਤਲਬ ਟਵਾਈਜ਼ ਕਾਹਦੇ ਬਣਦੇ ਹੈਗੇ? ਜਿੰਨਾ ਟਿਨਸ ਡਿਪਾਰਟਮੈਂਟ ਦਾ ਕਹਿ ਲਓ ਐਂਡ ਬਿਟਸ ਹੈ, ਠੀਕ ਹੈ, ਉਹਦਾ। ਦ ਵੈਲਿਊ ਆਫ ਸੱਚ ਮਟੀਰੀਅਲ ਯੂਜ਼ਡ ਡੂਰਿੰਗ ਦ ਈਅਰ ਬਾਈ ਟਵਾਈਜ਼ ਡਿਪਾਰਟਮੈਂਟ ਕਿੰਨਾ ਯੂਜ਼ ਕਰ ਰਿਹਾ ਹੈਗਾ? 2,000। ਤਾਂ ਇਹਦਾ ਮਤਲਬ ਬਾਕੀ 34,000 ਕਿਹਦਾ ਹੋ ਗਿਆ ਹੈਗਾ? ਆਪਣਾ ਟਿਨਸ ਡਿਪਾਰਟਮੈਂਟ ਦਾ, ਠੀਕ ਹੈ। ਉਸ ਤੋਂ ਬਾਅਦ ਸਟੋਰ ਕੰਜ਼ਿਊਮ ਦੇ ਵਿੱਚ ਆਪਾਂ ਇਹੀ ਰੇਸ਼ੋ ਜੋ ਰॉ ਮਟੀਰੀਅਲ ਦੀ ਉਹੀ ਰੇਸ਼ੋ ਇੱਥੇ ਲਾ ਦੇਣੀ। 2:34 ਸੀ, ਤਾਂ 2:34 ਨੂੰ ਕੱਟ ਕੇ ਮਤਲਬ 1:17 ਆਪਣਾ ਰੇਸ਼ੋ ਦੇ ਵਿੱਚ ਅਸੀਂ 9,000 ਨੂੰ ਬਣਦਾ। ਉਸ ਤੋਂ ਬਾਅਦ ਇੱਧਰ ਸੇਲ ਆਪਾਂ ਨੂੰ ਕੁਐਸਚਨ ਦੇ ਵਿੱਚ ਕਲੀਅਰਲੀ ਮੈਂਸ਼ਨ ਸੀਗੀ, ਕਲੋਜ਼ਿੰਗ ਸਟਾਕ ਵੀ ਮੈਂਸ਼ਨ ਸੀਗਾ। ਬਸ ਆਪਾਂ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਸਾਡਾ ਗਰੋਸ ਪ੍ਰੋਫਿਟ ਆ ਜਾਏਗਾ। ਗਰੋਸ ਪ੍ਰੋਫਿਟ ਨੂੰ ਅੱਗੇ ਬਰੋਟ ਡਾਊਨ ਕਰਾਂਗੇ। ਫਿਰ ਡੈਪਰੀਸ਼ੀਏਸ਼ਨ ਲਿਖਾਂਗੇ। ਡੈਪਰੀਸ਼ੀਏਸ਼ਨ ਆਪਾਂ ਕੀ ਕਰਨੀ ਹੈ? ਜੋ ਡੈਪਰੀਸ਼ੀਏਸ਼ਨ ਹੈ ਨਾ, ਉਹਦੇ ਵਿੱਚ ਕਿਹਾ ਸੀ ਟੋਏ ਮੇਕਿੰਗ ਡਜ਼ ਨਾਟ ਰਿਕੁਆਇਰ ਐਨੀ ਇਕਵਿਪਮੈਂਟ ਉਹਦੇ ਕੋਲ ਹੈ ਹੀ ਨਹੀਂ, ਤਾਂ ਉਹਦੇ 'ਤੇ ਆਪਾਂ ਡੈਪਰੀਸ਼ੀਏਸ਼ਨ ਨਹੀਂ ਲਗਾਵਾਂਗੇ, ਤਾਂ ਟਿਨਸ ਦੀ ਹੋ ਜਾਏਗੀ ਸਾਰੀ। ਉਸ ਤੋਂ ਬਾਅਦ ਬਿਲਡਿੰਗ ਦੀ ਡੈਪਰੀਸ਼ੀਏਸ਼ਨ ਲਾਉਣੀ ਹੈ, ਉਹਦੇ ਲਈ ਇਹਨਾਂ ਨੇ C 'ਤੇ ਕਿਹਾ ਸੀਗਾ ਓਨਲੀ 1/8 ਆਫ ਦਾ ਟੋਟਲ ਏਰੀਆ ਆਫ ਦਾ ਬਿਲਡਿੰਗ ਆਕੂਪਾਈਡ ਬਾਈ ਟਵਾਈਜ਼ ਡਿਪਾਰਟਮੈਂਟ। ਇਹਦਾ ਮਤਲਬ ਕੀ ਹੋ ਗਿਆ? ਜੇ 1/8 ਇਹਦਾ ਹੈਗਾ ਤਾਂ 7/8 ਕੀ ਹੋ ਜਾਏਗਾ? ਦੂਜੇ ਦਾ ਹੋ ਜਾਏਗਾ, ਠੀਕ ਹੈ। 1/8 ਟਵਾਈਜ਼ ਡਿਪਾਰਟਮੈਂਟ ਦਾ ਅਤੇ 7/8 ਦੂਸਰੇ ਆਪਣੇ ਟਿਨਸ ਡਿਪਾਰਟਮੈਂਟ ਦਾ, ਠੀਕ ਹੈ। ਉਹ ਕਰਕੇ ਆਪਾਂ ਲਿਖ ਲਾਂਗੇ। ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਅਤੇ ਆਫਿਸ ਐਕਸਪੈਂਸਿਸ ਬਾਰੇ ਕੁਐਸਚਨ ਦੇ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਗੀ, ਤਾਂ ਇਹਦਾ ਮਤਲਬ ਆਪਾਂ ਇਹਨੂੰ ਕਿਸ ਬੇਸ 'ਤੇ ਵੰਡਾਂਗੇ? ਸੇਲਸ ਦੇ ਬੇਸ 'ਤੇ, ਠੀਕ ਹੈ। ਸੇਲਸ ਆਪਣੀ 90,000 ਮਤਲਬ ਟਵਾਈਜ਼ ਦੀ ਇਹ ਅੱਗੇ ਪਿੱਛੇ ਦਿੱਤੀ ਵੀ ਹੈ। ਟਵਾਈਜ਼ ਦੀ 18,000 ਸੀਗੀ ਅਤੇ ਟਿਨਸ ਦੀ 90,000, ਤਾਂ ਮਤਲਬ 1:5 ਰੇਸ਼ੋ ਦੇ ਵਿੱਚ ਆਪਾਂ ਐਡਵਰਟਾਈਜ਼ਮੈਂਟ ਦੇ ਆਫਿਸ ਐਕਸਪੈਂਸਿਸ ਨੂੰ ਵੰਡ ਦਾਂਗੇ। ਉਸ ਤੋਂ ਬਾਅਦ ਪੈਕਿੰਗ ਐਕਸਪੈਂਸ ਟਵਾਈਜ਼ ਡਿਪਾਰਟਮੈਂਟ ਦੀ ਸੀਗੀ, ਤਾਂ ਉਹ ਵੀ ਆਪਾਂ ਉਸ ਤਰੀਕੇ ਨਾਲ ਇਕੱਲਾ ਟਵਾਈਜ਼ ਦੇ ਵਿੱਚ ਪਾ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ।
सिंक फिगर आ जाएगी, वो नैट प्रॉफिट आ जाएगा। 8वां क्वेश्चन है, फॉलोइंग परचेजेज वर मेड बाय ए बिजनेस हाउस हैविंग 3 डिपार्टमेंट्स, डिपार्टमेंट ए बी सी। ठीक है, इधर 1000 यूनिट्स, 2000 ਤੇ 24 यूनिट्स एट अ टोटल ऑफ 1 ਲੱਖ रुपीज़। मतलब कि इत्थे परचेजेज गिवन आ गई तो उधर ਆਪਾਂ ਨੂੰ रुपीज़ गिवन आ भी किन्ने रुपए ਦੀ ਆਪਾਂ टोटल परचेजेज ਕੀਤੀ ਹੈਗੀ। ਉਸ ਤੋਂ ਬਾਅਦ स्टॉक गिवन आ गई, फिर सेल्स गिवन आ। लास्ट से क्या हुआ, द रेट ऑफ GP इज द सेम इन ईच केस। assume the unit price of opening stock and purchase unit cost are uniform। prepare departmental trading accounts। ਆਪਾਂ ਨੇ departmental trading account prepare ਕਰਨੇ ਆ, ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਵਰਕਿੰਗ ਨੋਟ prepare ਕਰ ਲੈਣੇ ਆ। ਟੋਟਲ ਸੇਲਸ ਆਪਾਂ ਨੂੰ ਮਤਲਬ ਕਿ ਇਹਦੇ ਵਿੱਚ ਸੈਲਿੰਗ ਪ੍ਰਾਈਸ ਆਪਾਂ ਚੈੱਕ ਕਰਦੇ ਆਂਗੇ। ਠੀਕ ਹੈ ਵੀ ਕਿੰਨਾ ਗਾ ਜਿਹੜੀ ਪਰਚੇਜ਼ ਕੀਤੀ ਹੈਗੀ। ਪਰਚੇਜ਼ ਆਪਾਂ 1000 ਯੂਨਿਟ ਕੀਤੀ ਹੈਗੀ ਤੇ ਵੈਸੇ ਉਹ ਕਹਿ ਰਹੇ ਆ ਇਹ ਕਿੰਨੇ ਤੇ ਵੇਚ ਰਹੀ ਹੈਗੀ 20 ਰੁਪਏ ਦੇ ਅਕੋਰਡਿੰਗ, ਤਾਂ ਆਪਾਂ ਸੈਲਿੰਗ ਪ੍ਰਾਈਸ ਪਰਚੇਜ਼ ਵਾਲੀਆਂ ਯੂਨਿਟਸ ਦਾ ਚੈੱਕ ਕਰ ਲਾਂਗੇ। 1000 ਨੂੰ 20 ਨਾਲ ਕਰ ਲਾਂਗੇ, ਉਸ ਤੋਂ ਬਾਅਦ 2000 ਨੂੰ 22 ਰੁਪਏ 50 ਪੈਸੇ ਨਾਲ ਕਰ ਲਾਂਗੇ। ਸੀ ਦਾ ਦਿੱਤਾ ਵਾ ਸੇਲ ਵੈਲਿਊ 25 ਰੁਪਏ, ਬਟ ਆਪਾਂ ਪਰਚੇਜ਼ 24 ਨਾਲ ਮਲਟੀਪਲਾਈ ਕਰਾਂਗੇ। ਠੀਕ ਹੈ, ਸਾਰਿਆਂ ਦਾ ਮਲਟੀਪਲਾਈ ਕਰਨ ਤੋਂ ਬਾਅਦ ਆਪਣੇ ਕੋਲ ਇਹਨਾਂ ਦਾ ਕੀ ਆ ਗਿਆ ਹੈਗਾ। ਵੈਸੇ ਉਸ ਸਟਾਕ ਦੀ ਸੇਲ ਵੈਲਿਊ ਕਿੰਨੀ ਬਣਦੀ ਹੈ 1,25,000। ਠੀਕ ਹੈ, ਸੇਲ ਨਾਲ ਮਲਟੀਪਲਾਈ ਕਰਕੇ ਦੇਖਿਆ, ਬਟ ਆਪਾਂ ਵੇਚਿਆ ਕਿੰਨੇ, ਖਰੀਦਿਆ ਸੌਰੀ ਕਿੰਨੇ ਦਾ 1 ਲੱਖ ਦਾ। ਠੀਕ ਹੈ, ਵੇਚਣ ਵੇਲੇ ਉਹਦੀ ਵੈਲਿਊ 1,25,000 ਬਣ ਰਹੀ ਹੈਗੀ। ਜੇ ਆਪਾਂ ਉਹ ਸਾਰੀਆਂ ਯੂਨਿਟਸ ਵੇਚਦੇ ਆ ਤਾਂ 1,25,000 ਬਣਨਾ ਸੀ, ਬਟ ਆਪਾਂ ਪਰਚੇਜ਼ ਉਹ ਕਿੰਨੇ 'ਤੇ ਕੀਤਾ 1 ਲੱਖ ਦੇ। ਇਹਦਾ ਮਤਲਬ 25,000 ਰੁਪਏ ਦਾ ਆਪਾਂ ਨੂੰ ਕੀ ਹੋ ਗਿਆ ਹੈਗਾ, ਪ੍ਰੋਫਿਟ ਹੋ ਗਿਆ। ਤਾਂ ਪਰ 25,000 ਨੂੰ ਆਪਾਂ 1,25,000 ਨਾਲ ਡਿਵਾਈਡ ਕਰ ਦਾਂਗੇ, ਮਤਲਬ ਕਿ GP ਡਿਵਾਈਡ ਬਾਈ ਸੇਲ ਇਨਟੂ 100। ਠੀਕ ਹੈ, ਤਾਂ 20% ਆਪਾਂ ਕੀ ਕਰ ਰਹੇ ਹੈਗੇ, ਪ੍ਰੋਫਿਟ ਕਮਾ ਰਹੇ ਹੈਗੇ। ਤਾਂ 20 ਆਪਾਂ ਜਿਹੜਾ ਹੁਣ ਇੱਥੇ ਆਪਾਂ ਨੂੰ ਸੇਲ ਦਿੱਤੀ ਵੀ ਹੈ 20 ਦੇ ਵਿੱਚੋਂ 20% ਮਾਈਨਸ ਕਰ ਦਾਂਗੇ। 22.50 ਦੇ ਵਿੱਚੋਂ 20% ਮਾਈਨਸ ਕਰ ਦਾਂਗੇ। 25 ਦੇ ਵਿੱਚੋਂ 20% 25 ਦਾ ਮਾਈਨਸ ਕਰ ਦਾਂਗੇ। ਠੀਕ ਹੈ, ਜਿੰਨੀ ਜਿੰਨੀ ਵੈਲਿਊ ਉਹ 'ਚੋਂ 25% 20% ਸੌਰੀ ਸਾਰਿਆਂ ਦਾ ਮਾਈਨਸ ਕਰ ਦਿਓ। ਮਾਈਨਸ ਕਰਨ ਤੋਂ ਬਾਅਦ ਜੋ ਵੈਲਿਊ ਆ ਗਈ ਹੈਗੀ ਉਹ ਆਪਣੀ ਕੀ ਆ ਗਈ ਹੈਗੀ, ਕੋਸਟ ਆ ਗਈ ਹੈ ਪਰ ਯੂਨਿਟ। ਠੀਕ ਹੈ, ਤਾਂ ਇਹਦੇ ਨਾਲ ਹੀ ਆਪਾਂ ਪਰਚੇਜ਼ਿਸ ਮਲਟੀਪਲਾਈ ਕਰਕੇ ਮਤਲਬ ਵੈਲਿਊ ਆ ਜਾਏਗੀ। ਠੀਕ ਹੈ, ਉਸੇ ਤਰੀਕੇ ਨਾਲ ਪਰਚੇਜ਼ਿਸ ਨੂੰ ਵੀ ਉਵੇਂ ਹੀ ਕਰਨਾ ਗਾ, ਓਪਨਿੰਗ ਸਟਾਕ ਨੂੰ ਵੀ ਅਤੇ ਕਲੋਜ਼ਿੰਗ ਸਟਾਕ ਨੂੰ ਵੀ। ਠੀਕ ਹੈ, ਤਾਂ ਆਪਾਂ ਓਪਨਿੰਗ ਸਟਾਕ ਕੁਐਸਚਨ ਦੇ ਵਿੱਚ ਦਿੱਤਾ ਵਾ ਸੀਗਾ। ਠੀਕ ਹੈ, 120 ਯੂਨਿਟ ਸੀਗੀਆਂ, ਉਹਨੂੰ 16 ਨਾਲ ਮਲਟੀਪਲਾਈ ਕਰ ਦਾਂਗੇ। ਉਸ ਤੋਂ ਬਾਅਦ 80 ਯੂਨਿਟ ਸੀਗੀਆਂ, ਉਹਨੂੰ 18 ਨਾਲ ਮਲਟੀਪਲਾਈ ਕਰ ਦਾਂਗੇ। ਉਸ ਤੋਂ ਬਾਅਦ 152 ਸੀ ਦੀਆਂ ਯੂਨਿਟ ਸੀਗੀਆਂ, ਉਹਨੂੰ 20 ਨਾਲ ਮਲਟੀਪਲਾਈ ਕਰ ਦਾਂਗੇ ਓਪਨਿੰਗ ਸਟਾਕ ਲਈ। ਪਰਚੇਜ਼ਿਸ ਆਪਾਂ ਨੂੰ ਕੁਐਸਚਨ ਦੇ ਵਿੱਚ 1000 ਯੂਨਿਟ ਸੀ, 16 ਨਾਲ ਮਲਟੀਪਲਾਈ, 2000 ਨੂੰ 18 ਨਾਲ ਮਲਟੀਪਲਾਈ ਅਤੇ 2400 ਨੂੰ 20 ਨਾਲ ਮਲਟੀਪਲਾਈ ਕਰਕੇ ਆਪਣੀ ਪਰਚੇਜ਼ਿਸ ਆ ਜਾਏਗੀ। ਫਿਰ ਆਪਾਂ ਸੇਲ ਕੀ ਕਰਾਂਗੇ, ਆਪਾਂ ਨੂੰ ਕੁਐਸਚਨ ਦੇ ਵਿੱਚ ਵੈਸੇ ਸਿੰਪਲੀ ਗਿਵਨ ਸੀ A ਦੀ 1020 ਯੂਨਿਟ B ਦੇ ਅਕੋਰਡਿੰਗ, B ਦੀ 1920 ਯੂਨਿਟ 22.50 ਪੈਸੇ ਦੇ ਅਕੋਰਡਿੰਗ। ਠੀਕ ਹੈ, ਇਹਨੂੰ ਮਲਟੀਪਲਾਈ ਆਪਸ 'ਚ ਕਰਕੇ ਸੇਲ ਆ ਜਾਏਗੀ। ਉਸ ਤੋਂ ਬਾਅਦ ਕਲੋਜ਼ਿੰਗ ਸਟਾਕ ਲਈ ਆਪਾਂ ਕੀ ਕਰਾਂਗੇ, ਯੂਨਿਟਸ ਚੈੱਕ ਕਰ ਲਾਂਗੇ। ਮਤਲਬ ਕਿ ਮੰਨ ਲਓ ਸਟਾਰਟਿੰਗ ਦੇ ਵਿੱਚ ਓਪਨਿੰਗ ਸਟਾਕ ਸੀ, ਉਹਦੇ 'ਚ ਪਰਚੇਜ਼ਿਸ ਐਡ ਕਰ ਦਾਂਗੇ, ਸੇਲ ਮਾਈਨਸ ਕਰ ਦਾਂਗੇ, ਤਾਂ ਆਪਣੇ ਕੋਲ ਆ ਜਾਏਗਾ ਕਲੋਜ਼ਿੰਗ ਸਟਾਕ। ਜਿਵੇਂ ਆਪਾਂ ਕਹਿੰਦੇ ਹਾਂ ਵੀ ਸਟਾਰਟਿੰਗ 'ਤੇ ਮੇਰੇ ਕੋਲ 10 ਚੀਜ਼ਾਂ ਸੀਗੀਆਂ, ਮੈਂ 12 ਹੋਰ ਪਰਚੇਜ਼ ਕਰ ਲਈਆਂ, 22 ਹੋ ਗਈਆਂ, ਉਹਦੇ 'ਚੋਂ ਆਪਾਂ ਕਹਿ ਰਹੇ ਹਾਂ ਕਿ 10 ਵਿਕ ਗਈਆਂ, ਤਾਂ ਇਹਦਾ ਮਤਲਬ ਆਪਣੇ ਕੋਲ ਕਿੰਨੀਆਂ ਰਹਿ ਗਈਆਂ, 12 ਰਹਿ ਗਈਆਂ, ਕਲੋਜ਼ਿੰਗ ਸਟਾਕ ਆ ਜਾਏਗਾ। ਠੀਕ ਹੈ, ਆਪਾਂ ਫਾਰਮੂਲਾ ਬਣਾ ਲਿਆ, ਮਤਲਬ ਓਪਨਿੰਗ ਸਟਾਕ ਦੇ ਵਿੱਚ ਪਰਚੇਜ਼ਿਸ ਐਡ ਕਰ ਦਾਂਗੇ, ਸੇਲ ਮਾਈਨਸ ਕਰ ਦਾਂਗੇ, ਤਾਂ ਆਪਣੇ ਕੋਲ ਕਲੋਜ਼ਿੰਗ ਸਟਾਕ ਦੀਆਂ ਯੂਨਿਟਸ ਆ ਜਾਣਗੀਆਂ। ਯੂਨਿਟਸ ਆਉਣ ਤੋਂ ਬਾਅਦ ਉਹਨਾਂ ਨੂੰ ਮਲਟੀਪਲਾਈ ਜਿਹੜਾ ਕੋਸਟ ਪਰ ਯੂਨਿਟ ਕੱਢੀ ਸੀ ਉਹਦੇ ਨਾਲ ਹੀ ਕਰਾਂਗੇ। ਮਲਟੀਪਲਾਈ ਕਰਨ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰਾਂਗੇ। ਠੀਕ ਹੈ, ਓਪਨਿੰਗ ਸਟਾਕ ਪਲੱਸ ਪਰਚੇਜ਼ਿਸ ਇੱਧਰ ਅਲੱਗ ਕਰ ਲਾਂਗੇ, ਸੇਲ ਅਤੇ ਕਲੋਜ਼ਿੰਗ ਸਟਾਕ ਅਲੱਗ ਪਲੱਸ ਕਰ ਲਾਂਗੇ। ਉਸ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰਕੇ ਜੋ ਆਪਣੇ ਕੋਲ ਬੈਲੈਂਸਿੰਗ ਫਿਗਰ ਆ ਰਹੀ ਹੈ ਉਹ ਗ੍ਰੋਸ ਪ੍ਰੋਫਿਟ ਆ ਜਾਏਗਾ ਤਿੰਨੇ ਡਿਪਾਰਟਮੈਂਟਸ ਦਾ। ਕੁਐਸਚਨ ਹੈਗਾ, ਫਰੋਮ ਦਾ ਫੋਲੋਇੰਗ particulars prepare departmental trading and profit and loss count in the columnar form for the two departments and thereafter the combined income account of Jorhat Traders Limited for the year ended 31 March 2024। ਇੱਥੇ ਡਿਪਾਰਟਮੈਂਟਸ A B ਦਿੱਤੇ ਹੋਏ ਅਤੇ ਇੰਟਾਇਰ ਕਲੋਜ਼ਿੰਗ ਸਟਾਕ ਆਫ ਡਿਪਾਰਟਮੈਂਟ B represent goods transfer from department A at cost plus B%। administrative and selling expenses amount to 14,000 which is to be allocated between the two departments in the ratio of 6:1। an amount of 10,000 is due for interest on debenture of the company। ਤਾਂ ਆਪਾਂ ਸਭ ਤੋਂ ਪਹਿਲਾਂ ਟ੍ਰੇਡਿੰਗ ਅਕਾਊਂਟ ਪ੍ਰਪੇਅਰ ਕਰ ਲੈਂਦੇ ਹਾਂ। ਓਪਨਿੰਗ ਸਟਾਕ ਆਪਾਂ ਨੂੰ ਕੁਐਸਚਨ 'ਚ ਕਲੀਅਰਲੀ ਗਿਵਨ ਸੀ, ਪਰਚੇਜ਼ਿਸ ਗਿਵਨ ਸੀ ਉਹ ਲਿਖਤੀਆਂ, ਬੇਸਿਸ ਗਿਵਨ ਸੀ ਉਹ ਲਿਖਤੀਆਂ। ਉਸ ਤੋਂ ਬਾਅਦ ਸੇਲ ਵੀ ਆਪਾਂ ਨੂੰ ਗਿਵਨ ਸੀਗੀ ਉਹ ਲਿਖਤੀ, ਅਤੇ ਇੱਕ ਦਿੱਤਾ ਸੀ ਟਰਾਂਸਫਰ ਫਰੋਮ ਡਿਪਾਰਟਮੈਂਟ A ਨੇ ਟਰਾਂਸਫਰ ਕੀਤਾ, ਤਾਂ ਇਹ ਕੀ ਹੋ ਜਾਏਗਾ, A ਕੋਲੋਂ ਜਾਏਗਾ, ਤਾਂ A ਦੀ ਇੱਕ ਤਰੀਕੇ ਨਾਲ ਕੀ ਹੋ ਗਈ ਹੈਗੀ, ਸੇਲ ਹੋ ਗਈ ਹੈ, ਤਾਂ ਆਪਾਂ ਬਾਈ ਡਿਪਾਰਟਮੈਂਟ B ਦੇ ਨਾਮ ਨਾਲ ਕ੍ਰੈਡਿਟ ਵਾਲੇ ਪਾਸੇ ਪਾ ਦਾਂਗੇ, ਅਤੇ ਉਧਰ ਟੂ ਡਿਪਾਰਟਮੈਂਟ A ਦੇ ਨਾਮ ਨਾਲ B ਦੇ ਵਿੱਚ ਅਮਾਊਂਟ ਪਾਵਾਂਗੇ।
ਠੀਕ ਹੈ। ਉਹਦੀ ਇੱਕ ਤਰੀਕੇ ਨਾਲ ਬੀ ਦੀ ਕੀ ਹੋ ਜਾਏਗੀ, ਪਰਚੇਜ਼ਿਸ ਹੋ ਜਾਏਗੀ। ਕਲੋਜ਼ਿੰਗ ਸਟਾਕ ਵੀ ਆਪਾਂ ਨੂੰ ਕੁਐਸਚਨ 'ਚ ਕਲੀਅਰਲੀ ਗਿਵਨ ਸੀ, ਉਹ ਲਿਖਤਾ। ਉਸ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਵੈਲਿਊ ਆ ਜਾਏਗੀ ਗ੍ਰੋਸ ਪ੍ਰੋਫਿਟ ਆ ਜਾਏਗਾ। ਗ੍ਰੋਸ ਪ੍ਰੋਫਿਟ ਨੂੰ ਅੱਗੇ ਬ੍ਰੌਟ ਡਾਊਨ ਕਰਾਂਗੇ। ਫਿਰ ਐਡਵਰਟਾਈਜ਼ਮੈਂਟ ਐਕਸਪੈਂਸ ਸੀਗੇ, ਐਡਵਰਟਾਈਜ਼ਮੈਂਟ ਐਂਡ ਸੈਲਿੰਗ ਐਕਸਪੈਂਸਿਸ ਅਮਾਊਂਟਡ ਟੂ, ਇਹਨਾਂ ਨੇ ਕਿਹਾ ਹੈਗਾ 14,000, ਵਿਚ ਇਜ਼ ਟੂ ਬੀ ਐਲੋਕੇਟਡ ਬਿਟਵੀਨ ਦ ਟੂ ਡਿਪਾਰਟਮੈਂਟਸ ਇਨ ਦੀ ਰੇਸ਼ੋ ਆਫ 6:1। ਅਗਲੇ ਨੇ ਕਲੀਅਰਲੀ ਕਹਿਤਾ ਵੀ 6:1 'ਚ ਵੰਡ ਦਿਓ, ਤਾਂ ਆਪਾਂ ਕੀ ਕਰਾਂਗੇ 6/7 ਤੇ 1/7 'ਚ ਵੰਡ ਦਾਂਗੇ। ਉਸ ਤੋਂ ਬਾਅਦ ਸੈਲਰੀਜ਼ ਸੀਗੀ, ਸੈਲਰੀਜ਼ ਕੀ ਕਹਿ ਰਹੇ ਹੈਗੇ ਇਹਦੇ ਵਿੱਚੋਂ ਆਪਾਂ ਨੂੰ ਡਿਪਾਰਟਮੈਂਟ ਏ ਤੇ ਬੀ ਦੀ ਅਲੱਗ-ਅਲੱਗ ਦਿੱਤੀ ਸੀ, ਉਹ ਦੇਖ ਕੇ ਲਿਖ ਦਾਂਗੇ। ਦੋਨੋਂ ਸਾਈਡ ਦਾ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਨੈਟ ਪ੍ਰੋਫਿਟ ਆ ਜਾਏਗਾ। ਇੱਕ ਆਪਾਂ ਨੇ ਜਨਰਲ P&L ਅਕਾਊਂਟ ਬਣਾਉਣਾ ਸੀ, ਉਹਦੇ ਲਈ ਆਪਾਂ ਕੀ ਕਰਾਂਗੇ, ਜਿਹੜੇ ਡਿਪਾਰਟਮੈਂਟਲ ਪ੍ਰੋਫਿਟਸ ਹੈ ਉਹਨਾਂ ਨੂੰ ਆਪਾਂ ਕ੍ਰੈਡਿਟ ਸਾਈਡ ਤੇ ਟ੍ਰਾਂਸਫਰ ਕਰ ਲਾਂਗੇ। ਠੀਕ ਹੈ, 24,400 ਤੇ 1,600 ਨੂੰ ਪਲੱਸ ਕਰਕੇ ਇੱਧਰ ਕ੍ਰੈਡਿਟ ਸਾਈਡ ਤੇ ਲਿਖ ਦਾਂਗੇ। ਉਸ ਤੋਂ ਬਾਅਦ ਜਿਹੜਾ ਡਿਵੈਂਚਰ ਇੰਟਰਸਟ ਸੀਗਾ ਉਹ ਆਪਣਾ ਕੀ ਹੁੰਦਾ, ਕਾਮਨ ਹੁੰਦਾ ਗਾ, ਤਾਂ ਇਸ ਕਰਕੇ ਉਹਨੂੰ ਕੀ ਕਰਾਂਗੇ, ਆਫ ਦਾ ਕੰਪਨੀ ਦਿੱਤਾ ਸੀਗਾ। ਠੀਕ ਹੈ, ਤਾਂ ਉਹ ਡੈਬਿਟ ਸਾਈਡ ਤੇ ਐਕਸਪੈਂਸ ਹੋ ਗਿਆ, ਲਿਖ ਦਾਂਗੇ। ਉਸ ਤੋਂ ਬਾਅਦ ਪ੍ਰੋਵੀਜ਼ਨ ਆਪਾਂ ਨੂੰ ਬਣਾਉਣੀ ਪੈਣੀ ਸੀਗੀ ਅੰਡਰਲਾਈਜ਼ ਜੋ ਪ੍ਰੋਫਿਟ ਹੋਇਆ ਸਟਾਕ ਦਾ। ਠੀਕ ਹੈ, ਉਹਦੇ ਤੇ ਕਿਉਂਕਿ ਇਹਨਾਂ ਨੇ ਕਿਹਾ ਸੀ ਇੰਟਾਇਰ ਕਲੋਜ਼ਿੰਗ ਸਟਾਕ ਆਫ ਡਿਪਾਰਟਮੈਂਟ ਬੀ ਰੀਪ੍ਰੈਜ਼ੈਂਟ ਗੁਡਸ ਟ੍ਰਾਂਸਫਰ ਫਰੋਮ ਡਿਪਾਰਟਮੈਂਟ ਏ ਦੇ ਕੋਲੋਂ ਆਈਆਂ ਵੀ ਕੋਸਟ ਪਲੱਸ 20%, ਤਾਂ ਕੋਸਟ 20 ਹੋ ਗਈ। ਠੀਕ ਹੈ, ਕੋਸਟ 100 ਹੋ ਗਈ, GP 20 ਹੋ ਗਿਆ, ਤਾਂ ਟੋਟਲ ਸੇਲ ਕਿੰਨੀ ਹੋ ਗਈ, 120। ਸੇਲ ਵੈਲਿਊ ਇੱਕ ਤਰੀਕੇ ਨਾਲ ਇੱਥੇ ਗਿਵਨ ਹੈਗੀ, ਤਾਂ ਆਪਾਂ ਕੀ ਕਰਾਂਗੇ, ਮਤਲਬ 20/120 ਕਰਕੇ 12,000 ਦਾ ਕਿੰਨਾ ਆ ਜਾਊਗਾ, 2,000, ਉਹ ਲਿਖ ਦਾਂਗੇ। ਠੀਕ ਹੈ, ਉਹਦੀ ਪ੍ਰੋਵੀਜ਼ਨ ਆਪਾਂ ਡੈਬਿਟ ਸਾਈਡ ਤੇ ਬਣਾਉਣੀ ਪੈਣੀ ਹੈ। ਅਨਲਾਈਜ਼ ਪ੍ਰੋਫਿਟ ਦੀ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਨੈਟ ਪ੍ਰੋਫਿਟ ਆਪਣਾ ਆ ਜਾਏਗਾ, ਜੋ ਕਿ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਪਾਵਾਂਗੇ। 10ਵਾਂ ਕੁਐਸਚਨ ਹੈ, ਹੋਲਸੇਲ ਟ੍ਰੇਡਰਸ ਲਿਮਿਟਡ ਡੀਲਸ ਇਨ 3 ਡਿਪਾਰਟਮੈਂਟਸ ਆਫ ਮਰਚੈਂਡਾਈਜ਼, ਦ ਬੈਲੈਂਸ ਆਫ ਦ ਅਕਾਊਂਟਸ ਐਜ਼ ਐਟ 31 ਮਾਰਚ 2024 ਆਰ ਐਸ ਫੋਲੋ। ਆ ਇਨਫੋਰਮੇਸ਼ਨ ਦਿੱਤੀ। ਉਸ ਤੋਂ ਬਾਅਦ ਕਿਹਾ ਹੋਗਾ ਲਾਸਟ ਤੇ prepare the departmental trading and profit and loss count for the year ended 31 March 2024 and a balance sheet as at that date। ਇਨਫੋਰਮੇਸ਼ਨ ਤੋਂ ਬਾਅਦ ਆਪਾਂ ਨੇ ਮਤਲਬ ਕਿ ਕੀ ਕਰਨਾ ਹੈਗਾ, ਟ੍ਰੇਡਿੰਗ P&L ਤੇ ਬੈਲੈਂਸ ਸ਼ੀਟ ਪ੍ਰਪੇਅਰ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਟ੍ਰੇਡਿੰਗ ਅਕਾਊਂਟ ਪ੍ਰਪੇਅਰ ਕਰ ਲੈਣੇ। ਉਹਦੇ ਵਿੱਚ ਕੀ ਲਿਖਾਂਗੇ, ਓਪਨਿੰਗ ਸਟਾਕ ਡੈਬਿਟ ਸਾਈਡ ਤੇ ਲਿਖਾਂਗੇ। ਓਪਨਿੰਗ ਸਟਾਕ ਲਈ ਆਪਾਂ ਨੂੰ ਕੁਐਸਚਨ ਦੇ ਵਿੱਚ ਇਨਫੋਰਮੇਸ਼ਨ ਗਿਵਨ ਹੀ ਸੀਗੀ 70,000, 40,000, 60,000। ਉਸ ਤੋਂ ਬਾਅਦ ਪਰਚੇਜ਼ਿਸ ਵੀ ਅਲੱਗ-ਅਲੱਗ ਗਿਵਨ ਸੀਗੀ, ਉਹ ਦੇਖ ਕੇ ਲਿਖ ਦਾਂਗੇ। ਸੇਲ ਕ੍ਰੈਡਿਟ ਸਾਈਡ ਤੇ ਦੇਖ ਕੇ ਲਿਖ ਦਾਂਗੇ, ਤਿੰਨਾਂ ਦੀ ਅਲੱਗ-ਅਲੱਗ ਗਿਵਨ ਸੀਗੀ। ਬੇਸਿਸ ਵੀ ਤਿੰਨਾਂ ਦੀ ਅਲੱਗ-ਅਲੱਗ ਗਿਵਨ ਸੀ, ਉਹ ਡੈਬਿਟ ਸਾਈਡ ਤੇ ਲਿਖ ਦਾਂਗੇ। ਸੈਲਰੀਜ਼ ਆਪਣੀ ਇੱਥੇ ਪੈਂਦੀ ਨਹੀਂ ਹੁੰਦੀ, ਮਤਲਬ ਅਗਲੇ P&L ਅਕਾਊਂਟ 'ਚ ਪੈਂਦੀ ਹੁੰਦੀ, ਉੱਥੇ ਪਾਵਾਂਗੇ। ਉਸ ਤੋਂ ਬਾਅਦ ਆਪਾਂ ਕੈਰੀਜ਼ ਇਨਵਰਡ ਪਾ ਦਾਂਗੇ। ਇਹਨਾਂ ਨੇ ਕਿਹਾ ਸੀ ਐਲੋਕੇਟਿੰਗ ਦ ਅਨਡਿਵਾਈਡਡ ਐਕਸਪੈਂਸਿਸ ਐਂਡ ਚਾਰਜਿਸ ਇਨ ਪ੍ਰਪੋਰਸ਼ਨ ਟੂ ਦ ਟੋਟਲ ਆਫ ਓਪਨਿੰਗ ਸਟਾਕ ਐਂਡ ਪਰਚੇਜ਼ਿਸ। ਜਿੰਨਾ ਓਪਨਿੰਗ ਸਟਾਕ ਦੇ ਪਰਚੇਜ਼ ਦਾ ਟੋਟਲ ਬਣੂਗਾ ਉਹਦੇ ਵਿੱਚ ਵੰਡ ਦੇਣੇ ਫॉर ਈਚ ਡਿਪਾਰਟਮੈਂਟ ਐਕਸੈਪਟ ਇਨ ਕੇਸ ਆਫ ਡੈਪਰੀਸ਼ੀਏਸ਼ਨ। ਜਿਹੜੀ ਡੈਪਰੀਸ਼ੀਏਸ਼ਨ ਆ ਬਸ ਉਹਦੇ ਬਿਨਾਂ ਬਾਕੀ ਸਾਰਿਆਂ ਨੂੰ ਬਣਨਾ। ਡੈਪਰੀਸ਼ੀਏਸ਼ਨ ਦੀ ਰੇਸ਼ੋ 2:1 ਗਿਵਨ ਹੈਗੀ। ਠੀਕ ਹੈ, ਤਾਂ ਬਾਕੀ ਸਾਰਿਆਂ ਨੂੰ ਜਿੰਨੇ ਵੀ ਐਕਸਪੈਂਸਿਸ ਆਣੇ ਆ ਬਸ ਇਸ ਰੇਸ਼ੋ ਦੇ ਵਿੱਚ ਬਣ ਜਾਣੀ ਹੈਗੀ। ਤਾਂ ਆਪਣੀ ਉਹ ਰੇਸ਼ੋ ਕਿੰਨੀ ਬਣ ਰਹੀ ਹੈ, ਓਪਨਿੰਗ ਸਟਾਕ ਤੇ ਪਰਚੇਜ਼ਿਸ ਨੂੰ ਪਲੱਸ ਕਰਕੇ ਸਾਰਿਆਂ ਦਾ 4:2:3 ਰੇਸ਼ੋ ਬਣ ਰਹੀ। ਕੈਰੀਜ਼ ਇਨਵਰਡ ਉਸ ਰੇਸ਼ੋ 'ਚ ਬਣ ਦਾਂਗੇ। ਕਲੋਜ਼ਿੰਗ ਸਟਾਕ ਕੁਐਸਚਨ 'ਚ ਗਿਵਨ ਹੀ ਸੀਗਾ, ਉਹ ਕ੍ਰੈਡਿਟ ਸਾਈਡ ਤੇ ਪਾ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਗ੍ਰੋਸ ਪ੍ਰੋਫਿਟ ਆ ਜਾਏਗਾ। ਗ੍ਰੋਸ ਪ੍ਰੋਫਿਟ ਨੂੰ ਅੱਗੇ ਬ੍ਰੌਟ ਡਾਊਨ ਕਰ ਲਾਂਗੇ। ਫਿਰ ਸੈਲਰੀਜ਼ ਡੈਬਿਟ ਸਾਈਡ ਤੇ ਪਾ ਦਾਂਗੇ। ਟਰੈਵਲਿੰਗ ਐਕਸਪੈਂਸਿਸ, ਐਡਵਰਟਾਈਜ਼ਮੈਂਟ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਰੇਟ ਐਂਡ ਟੈਕਸ, ਜਨਰਲ ਚਾਰਜਿਸ, ਡੈਪਰੀਸ਼ੀਏਸ਼ਨ। ਆਪਾਂ ਡੈਪਰੀਸ਼ੀਏਸ਼ਨ ਦੀ ਗੱਲ ਕੀਤੀ ਸੀ ਨਾ ਵੀ ਡੈਪਰੀਸ਼ੀਏਸ਼ਨ 2:1 ਰੇਸ਼ੋ 'ਚ ਬਣਨੀ ਹੈ। ਬਾਕੀ ਸਾਰੇ ਕਿਵੇਂ ਬਣਨੇ ਸੀਗੇ, ਵੈਸੇ ਹੀ ਮਤਲਬ ਜਿਹੜੀ ਆਪਣੀ ਪਹਿਲਾਂ ਰੇਸ਼ੋ ਕੱਢੀ ਸੀ 4:2:3, ਜਿਹੜੇ ਪਹਿਲਾਂ ਮੈਂ ਹੁਣ ਤੱਕ ਐਕਸਪੈਂਸ ਬੋਲੇ ਉਹ ਸਾਰੇ ਕਿਸ ਰੇਸ਼ੋ 'ਚ ਬੋਲੇ, 4:2:3 ਦੇ ਵਿੱਚ। ਜਿਹੜੀ ਡੈਪਰੀਸ਼ੀਏਸ਼ਨ ਹੈ ਕਿਸ ਰੇਸ਼ੋ 'ਚ, 2:1 ਦੇ ਵਿੱਚ। ਉਸ ਤੋਂ ਬਾਅਦ ਬਿਲਜ਼ ਰਿਸੀਵਡ ਜੋ ਰਿਟਨ ਆਫ ਕੀਤੇ ਆ ਉਹ ਵੀ ਆਪਾਂ ਸੇਮ 4:2:3 'ਚ ਹੀ ਬਣਾਂਗੇ। ਬੈਡ ਡੈਟ ਰਿਟਨ ਆਫ ਇਹ ਵੀ 4:2:3 'ਚ। ਪ੍ਰੋਵੀਜ਼ਨ, ਠੀਕ ਹੈ, ਅਗਰ ਕੋਈ ਦਿੱਤਾ ਹੋਵੇਗਾ ਤਾਂ ਉਹ ਉਸ ਤਰੀਕੇ ਨਾਲ ਲਿਖੀ ਜਾਣਾਗਾ, ਪ੍ਰੋਵੀਜ਼ਨ ਆਪਾਂ ਲਿਖ ਦਾਂਗੇ। ਉਸ ਤੋਂ ਬਾਅਦ ਜਿਹੜੀ ਡੈਪਰੀਸ਼ੀਏਸ਼ਨ ਹੈਗੀ, ਜਿਹੜੀ ਪਹਿਲਾਂ ਡੈਪਰੀਸ਼ੀਏਸ਼ਨ ਪਾਈ ਹੈਗੀ ਟਰਾਂਸਪੋਰਟ ਵਹੀਕਲ ਦੀ, ਉਹ ਤਾਂ ਆਪਾਂ ਕਿਸੇ ਰੇਸ਼ੋ 'ਚ ਕੀਤੀ ਸੀ 2:1। ਬਾਕੀ ਇਕੱਲੀ ਟਰਾਂਸਪੋਰਟ ਵਹੀਕਲ ਦੀ ਗਈ ਸੀ, ਬਾਕੀ ਸਾਰੇ ਹੋਰ ਕਿਸੇ ਵਾਸਤੇ ਨਹੀਂ ਸੀ ਕਿਹਾ ਵਾ। ਤਾਂ ਇਹ ਵੀ ਜਿਹੜੀ ਡੈਪਰੀਸ਼ੀਏਸ਼ਨ ਆਪਾਂ ਕੀ ਕਰਾਂਗੇ, ਲੈਂਡ ਐਂਡ ਬਿਲਡਿੰਗ ਦੀ ਕੱਢ ਲਾਂਗੇ, ਫਰਨੀਚਰ ਦੀ ਕੱਢ ਲਾਂਗੇ, ਫਿਟਿੰਗ। ਠੀਕ ਹੈ, ਟਰਾਂਸਪੋਰਟ ਵਹੀਕਲ ਦੀ ਪਹਿਲਾਂ ਆ ਗਈ ਹੈਗੀ, ਬਾਕੀਆਂ ਦੀ ਹੁਣ ਆਪਾਂ ਕੱਢ ਰਹੇ ਹਾਂ। ਠੀਕ ਹੈ, ਬਾਕੀਆਂ ਦੀ ਕੱਢ ਕੇ ਉਹਨਾਂ ਨੂੰ ਐਡ ਕਰਨ ਤੋਂ ਬਾਅਦ ਜਿੰਨਾ ਆ ਜਾਏਗਾ ਉਹਨੂੰ ਆਪਾਂ ਕਿਸ ਰੇਸ਼ੋ 'ਚ ਵੰਡਾਂਗੇ, 4:2:3 ਦੇ ਵਿੱਚ। ਉਸ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਨੈਟ ਪ੍ਰੋਫਿਟ ਆ ਜਾਏਗਾ। ਅੱਗੇ
ਬੈਲੈਂਸ ਸ਼ੀਟ ਬਣਾ ਲੈਂਦੇ ਹਾਂ। ਉਹਦੇ ਵਿੱਚ ਸਭ ਤੋਂ ਪਹਿਲਾਂ ਸੈਂਡਰੀ ਆਪਾਂ ਡਿਵੈਂਚਰਸ ਲਿਖ ਦਾਂਗੇ, ਫਿਰ ਇੰਟਰਸਟ ਔਨ ਡਿਵੈਂਚਰਸ, ਠੀਕ ਹੈ, ਐਡ ਕਰਕੇ ਲਿਖ ਦਾਂਗੇ, ਇੱਕ ਤਰੀਕੇ ਦਾ ਲੋਨ ਹੋ ਜਾਏਗਾ, ਠੀਕ ਹੈ। ਆਊਟਸਟੈਂਡਿੰਗ ਇੰਟਰਸਟ ਔਨ ਡਿਵੈਂਚਰ ਸੀਗਾ। ਉਸ ਤੋਂ ਬਾਅਦ ਸੈਂਡਰੀ ਕ੍ਰੈਡੀਟਰਸ ਲਿਖ ਦਾਂਗੇ, ਬਿਲਸ ਪੇਬਲ ਲਿਖ ਦਾਂਗੇ, ਜਨਰਲ ਰਿਜ਼ਰਵ ਲਿਖ ਦਾਂਗੇ, P&L ਦਾ ਕ੍ਰੈਡਿਟ ਬੈਲੈਂਸ ਸੀ ਉਹ ਲਿਖ ਦਾਂਗੇ, ਸ਼ੇਅਰ ਕੈਪੀਟਲ ਗਿਵਨ ਸੀ ਉਹ 'ਚ ਨੈਟ ਪ੍ਰੋਫਿਟ ਇੱਕ ਤਰੀਕੇ ਨਾਲ ਆਪਾਂ ਐਡ ਕਰ ਦਾਂਗੇ, ਠੀਕ ਹੈ। ਜਾਂ ਵੈਸੇ ਵੀ ਮਤਲਬ ਅਲੱਗ ਤੋਂ ਲਿਖ ਸਕਦੇ ਸੀ ਸ਼ੇਅਰ ਕੈਪੀਟਲ, ਕਿਉਂਕਿ ਇਹਦੇ 'ਚੋਂ ਆਪਾਂ ਨੂੰ ਕੀ ਪਤਾ ਕਿੰਨਾ ਡਿਵੀਡੈਂਡ ਦੇਣਾ ਕਿੰਨਾ ਨਹੀਂ ਦੇਣਾ, ਠੀਕ ਹੈ। ਦੋਨੋਂ ਤਰੀਕਿਆਂ ਨਾਲ ਲਿਖ ਸਕਦੇ ਹਾਂ। ਸਿੰਪਲ ਕੈਪੀਟਲ ਦੇ ਵਿੱਚ ਤਾਂ ਆਪਾਂ ਵੈਸੇ ਐਡ ਕਰ ਦਿੰਦੇ ਹੁੰਦੇ ਸੀਗੇ, ਠੀਕ ਹੈ। ਇੱਥੇ ਵੀ ਕਰ ਸਕਦੇ ਹਾਂ ਵੀ ਨਹੀਂ, ਵੀ ਤੁਹਾਡੀ ਮਰਜ਼ੀ, ਜਿਵੇਂ ਮਰਜ਼ੀ ਕਰ ਸਕਦੇ ਹੋ, ਆਨਸਰ ਤਾਂ ਸੇਮ ਆ ਹੀ ਜਾਣਾ। ਉਸ ਤੋਂ ਬਾਅਦ ਐਸਟ ਸਾਈਡ ਪ੍ਰਪੇਅਰ ਕਰ ਲਾਂਗੇ, ਗੁੱਡਵਿਲ ਲਿਖ ਦਾਂਗੇ, ਬਿਲਸ ਰਿਸੀਵੇਬਲ ਲਿਖ ਦਾਂਗੇ, ਸੈਂਡਰੀ ਡੈਟਰ ਦੇ ਵਿੱਚੋਂ ਬੈਡ ਡੈਟ ਤੇ ਪ੍ਰੋਵੀਜ਼ਨ ਮਾਈਨਸ ਕਰਕੇ ਲਿਖਾਂਗੇ, ਲੈਂਡ ਐਂਡ ਬਿਲਡਿੰਗ ਚੋਂ ਡੈਪਰੀਸ਼ੀਏਸ਼ਨ ਮਾਈਨਸ ਕਰਕੇ ਲਿਖਾਂਗੇ, ਫਰਨੀਚਰ ਚੋਂ ਡੈਪਰੀਸ਼ੀਏਸ਼ਨ ਉਹਦੀ ਮਾਈਨਸ ਹੋ ਜਾਏਗੀ, ਟਰਾਂਸਪੋਰਟ ਵਹੀਕਲਸ ਉਹਦੀ ਜਿੰਨੀ ਸੀਗੀ ਉਹ ਮਾਈਨਸ ਕਰ ਦਾਂਗੇ, ਕੈਸ਼ ਇਨ ਹੈਂਡ ਐਂਡ ਬੈਂਕ ਲਿਖ ਦਾਂਗੇ, ਕਲੋਜ਼ਿੰਗ ਸਟਾਕ ਲਿਖ ਦਾਂਗੇ, ਦੋਨੋਂ ਸਾਰੇ ਟੋਟਲ ਮੈਚ ਹੋ ਜਾਏਗਾ।